ਸੋਸ਼ਲ ਇਨਵਾਇਰਨਮੈਂਟ ਅਸੀਂ ਇਨਵਾਇਰਨਮੈਂਟ ਸੋਚਦੇ ਹਾਂ ਸਾਡਾ ਆਲਾ ਦੁਆਲਾ ਪਰ ਸੋਸ਼ਲ ਇਨਵਾਇਰਨਮੈਂਟ ਇੱਕ ਵੱਖਰੀ ਚੀਜ਼ ਹੁੰਦੀ ਹੈ ਪਹਿਲਾਂ ਉਹਨੂੰ ਡਿਫਾਈਨ ਕਿਵੇਂ ਕਰੋ ਪਰ ਹੁਣ ਜਦੋਂ ਅਸੀਂ ਫਿਜ਼ੀਕਲ ਇਨਵਾਇਰਨਮੈਂਟ ਦੀ ਗੱਲ ਕਰਦੇ ਹਾਂ ਤੇ ਸੋਸ਼ਲ ਇਨਵਾਇਰਨਮੈਂਟ ਦੀ ਗੱਲ ਕਰਦੇ ਹਾਂ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ ਡਿਫਰੈਂਸ ਕੀ ਹੈ ਪਰ ਜਦੋਂ ਵੱਡੇ ਹੋਏ ਅਸੀਂ ਕੰਮ ਵਾਲੇ ਕਿਤੇ ਗਏ ਉੱਥੇ ਅਸੀਂ ਨੋਟ ਕਰਨਾ ਸ਼ੁਰੂ ਕਰ ਦਿੱਤਾ ਅੱਛਾ ਇਹ ਵੀ ਹੁੰਦਾ ਇਹ ਮੇਰੇ ਨਾਲ ਹੀ ਕਿਉਂ ਹੁੰਦਾ ਸੋ ਵੱਡਿਆਂ ਹੋਇਆਂ ਤੇ ਕੀ ਅਸਰ ਹੋ ਸਕਦਾ ਸੋ ਉਹ ਅਸਰ ਸਾਡੇ ਸਰੀਰ 'ਚ ਪੈ ਜਾਂਦਾ ਹੈ ਪਹਿਲਾਂ ਤੋਂ ਪਰ ਮੇਬੀ ਅਸੀਂ ਨੋਟ ਨਹੀਂ ਕਰਦੇ ਰਾਈਟ ਸੋਸ਼ਲ ਡਿਟਰਮੀਨੈਂਟਸ ਆਫ ਹੈਲਥ ਸਿਹਤ ਦੇ ਨਿਰਧਾਰਕ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਅਰਸ਼ਦੀਪ ਤੁਹਾਨੂੰ ਪਤਾ ਹੈ ਕਿ ਇਹ ਪ੍ਰੋਗਰਾਮ ਦੀ ਇੱਕ ਸੀਰੀਜ਼ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਸੋਸ਼ਲ ਡਿਟਰਮੀਨੈਂਟਸ ਜਿਹੜੇ ਸਾਡੀ ਹੈਲਥ ਦੇ ਉੱਤੇ ਪ੍ਰਭਾਵ ਪਾਉਂਦੇ ਆ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੁੰਦੀ ਹੈ ਜਿਹੜੇ ਸਾਡੀ ਹੈਲਥ ਦੇ ਉੱਤੇ ਅਸਰ ਪਾਉਂਦੇ ਆ ਜਿਵੇਂ ਕਿ ਜਦੋਂ ਅਸੀਂ ਫੂਡ ਦੀ ਗੱਲ ਕਰਦੇ ਹਾਂ ਨਿਊਟ੍ਰੀਸ਼ਨ ਫੂਡ ਦੀ ਗੱਲ ਕਰਦੇ ਹਾਂ ਉਹ ਤਾਂ ਇੱਕ ਸਾਈਡ ਹੈ ਹੀ ਹੈਲਥ ਦੀ ਪਰ ਹੈਲਥ ਸਾਡੀ ਬਿਹਤਰ ਕਿਸ ਤਰ੍ਹਾਂ ਹੋ ਸਕਦੀ ਹੈ ਜਿਸ ਸੁਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ ਜਿਸ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ ਜਿਹੜੇ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਰਹਿੰਦੇ ਹਾਂ ਸਾਡਾ ਸੋਸ਼ਲ ਇਨਵਾਇਰਨਮੈਂਟ ਸਾਡਾ ਮੈਂਟਲ ਹੈਲਥ ਸਾਡਾ ਜੋ ਵੀ ਅਸੀਂ ਕਰਦੇ ਹਾਂ ਦਿਨ ਦੇ ਵਿੱਚ ਜਿਸ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਸ਼ਬਦਾਵਲੀ ਬੋਲਦੇ ਹਾਂ ਅਸੀਂ ਕਿਸੇ ਦੇ ਨਾਲ ਪੇਸ਼ ਆਉਂਦੇ ਹਾਂ ਇਹ ਸਭ ਕੁਝ ਸਾਡੀ ਸਿਹਤ ਦੇ ਉੱਤੇ ਅਸਰ ਪਾਉਂਦਾ ਕਿਸ ਤਰ੍ਹਾਂ ਅਸਰ ਪਾਉਂਦਾ ਕਿਸ ਤਰ੍ਹਾਂ ਅਸੀਂ ਇਸ ਨੂੰ ਇੰਪਰੂਵ ਕਰ ਸਕਦੇ ਹਾਂ ਇਹਨੂੰ ਸੋਲਵ ਕਿਸ ਤਰ੍ਹਾਂ ਕਰ ਸਕਦੇ ਹਾਂ ਅਸੀਂ ਆਪਣੀ ਹੈਲਥ ਨੂੰ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ ਇਸ ਬਾਰੇ ਡਾਕਟਰ ਬਲਬੀਰ ਗੁਰਮ ਸਾਡੇ ਨਾਲ ਹਰ ਐਪੀਸੋਡ ਦੇ ਵਿੱਚ ਗੱਲਬਾਤ ਕਰਦੇ ਤੇ ਅੱਜ ਵੀ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਦੇ ਹਾਂ ਸੋਸ਼ਲ ਹੈਲਥ ਦੇ ਬਾਰੇ ਸੋਸ਼ਲ ਇਨਵਾਇਰਨਮੈਂਟ ਦੇ ਬਾਰੇ ਲੈਟਸ ਵੈਲਕਮ ਡਾਕਟਰ ਗੁਰਮ ਡਾਕਟਰ ਗੁਰਮ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਫਰਸਟ ਆਫ ਆਲ ਵੈਲਕਮ ਵਾਂਸ ਅਗੇਨ ਕਿ ਤੁਸੀਂ ਹਰ ਵਾਰ ਸਟੂਡੀਓ ਦੇ ਵਿੱਚ ਆਉਂਦੇ ਆ ਤੇ ਸਾਨੂੰ ਇੰਨੀ ਸਾਰੀ ਜਾਣਕਾਰੀ ਦਿੰਦੇ ਆ ਅਬਾਊਟ ਸੋਸ਼ਲ ਡਿਟਰਮੀਨੈਂਟਸ ਆਫ ਹੈਲਥ ਸੋ ਜਦੋਂ ਅਸੀਂ ਸੋਸ਼ਲ ਇਨਵਾਇਰਨਮੈਂਟ ਦੀ ਗੱਲ ਕਰਦੇ ਆ ਸੋਸ਼ਲ ਇਨਵਾਇਰਨਮੈਂਟ ਅਸੀਂ ਇਨਵਾਇਰਨਮੈਂਟ ਸੋਚਦੇ ਆ ਸਾਡਾ ਆਲਾ ਦੁਆਲਾ ਪਰ ਸੋਸ਼ਲ ਇਨਵਾਇਰਨਮੈਂਟ ਇੱਕ ਵੱਖਰੀ ਚੀਜ਼ ਹੁੰਦੀ ਹੈ ਪਹਿਲਾਂ ਉਹਨੂੰ ਡਿਫਾਈਨ ਕਿਵੇਂ ਕਰੋਗੇ ਯਾ ਸੋ ਸੋਸ਼ਲ ਇਨਵਾਇਰਨਮੈਂਟ ਹੁੰਦੀ ਆ ਜਿੱਦਾਂ ਅਸੀਂ ਇੱਕ ਦੂਏ ਨਾਲ ਗੱਲਬਾਤ ਕਰਦੇ ਹਾਂ ਸਾਡੇ ਘਰ ਵਿੱਚ ਸਕੂਲ ਵਿੱਚ ਕੰਮ ਤੇ ਜਾਂ ਕਮਿਊਨਿਟੀ ਦੇ ਵਿੱਚ ਅਸੀਂ ਕਿਹੜੇ ਬੰਦੇ ਨਾਲ ਕਨੈਕਸ਼ਨ ਰੱਖਦੇ ਹਾਂ ਉਹਨੂੰ ਕਹਿ ਦਈਦਾ ਅਸੀਂ ਸੋਸ਼ਲ ਇਨਵਾਇਰਨਮੈਂਟ ਸੋ ਸੋਸ਼ਲ ਇਨਵਾਇਰਨਮੈਂਟ ਦੀ ਇੰਪੋਰਟੈਂਸ ਇੰਨੀ ਜ਼ਿਆਦਾ ਕਿਉਂ ਆ ਇਹਦੀ ਕਾਫੀ ਇੰਪੋਰਟੈਂਸ ਆ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਸਟੱਡੀ ਕਰਦੇ ਹਾਂ ਇਲਨੈਸ ਨੂੰ ਜਾਂ ਡਿਜ਼ੀਜ਼ ਨੂੰ ਉਹਦਾ ਕੋਰਿਲੇਸ਼ਨ ਪੈਂਦਾ ਆ ਸੋ ਜੇ ਤੁਹਾਨੂੰ ਜੇ ਹਾਰਟ ਅਟੈਕ ਹੋਇਆ ਤਾਂ ਤੁਹਾਡੇ ਕੋਲ ਹੈ ਨਹੀਂ ਕੰਟੈਕਟਸ ਰਾਈਟ ਤੁਹਾਡੇ ਫਰੈਂਡਸ ਮੇ ਬੀ ਹੈ ਨਹੀਂ ਹੋ ਤੁਹਾਡੇ ਚਾਂਸਸ ਆਫ ਡੈਥ ਟੂ ਆਲਮੋਸਟ 2.5 ਟਾਈਮਸ ਜ਼ਿਆਦਾ ਆ ਸੋ ਕਾਫੀ ਲਿੰਕ ਆ ਸੋਸ਼ਲ ਇਨਵਾਇਰਨਮੈਂਟ ਦਾ ਤਾਂ ਫਿਜ਼ੀਕਲ ਮੈਂਟਲ ਇਮੋਸ਼ਨਲ ਹੈਲਥ ਦਾ ਸੋਸ਼ਲ ਇਨਵਾਇਰਨਮੈਂਟ ਦੀ ਅਸੀਂ ਗੱਲ ਕਰਦੇ ਹਾਂ ਹੋਰ ਕਿਹੜੀਆਂ ਐਗਜ਼ਾਮਪਲਸ ਹੋ ਸਕਦੀਆਂ ਨੇ ਜਿਹੜੀਆਂ ਸੋਸ਼ਲ ਇਨਵਾਇਰਨਮੈਂਟ ਨੂੰ ਡਿਫਾਈਨ ਕਰਦੀਆਂ ਹੋਣ ਸੋਸ਼ਲ ਇਨਵਾਇਰਨਮੈਂਟ ਇਹ ਵੀ ਹੋ ਜਾਂਦਾ ਕਿ ਪਾਲਿਸੀ ਤਾਂ ਕਲਚਰ ਕੀ ਆ ਸੋ ਸਾਡੇ ਘਰ ਦੇ ਕੀ ਰੂਲ ਆ ਸਕੂਲ ਦੇ ਕੀ ਰੂਲ ਆ ਕੰਮ ਦੇ ਕੀ ਰੂਲ ਆ ਕੌਣ ਕਿਹਦੇ ਨਾਲ ਗੱਲ ਕਰਦਾ ਆ ਸਾਡਾ ਬਾਸ ਸਾਨੂੰ ਆਰਡਰ ਹੀ ਦਿੰਦਾ ਆ ਕਿ ਸਾਡਾ ਇਨਪੁਟ ਹੁੰਦਾ ਆ ਕੋਈ ਕੰਟਰੋਲ ਹੈਗਾ ਆ ਕਿ ਸਾਨੂੰ ਪਤਾ ਨਹੀਂ ਗਾਹਾਂ ਕੀ ਹੋਣਾ ਆ ਰਾਈਟ ਸੋ ਇਹ ਵੀ ਸਾਰੇ ਸੋਸ਼ਲ ਐਗਜ਼ਾਮਪਲਸ ਹੋ ਸਕਦੇ ਸਾਡੇ ਫਰੈਂਡਸ ਕਿੰਨੇ ਆ ਅਸੀਂ ਗੁਰਦੁਆਰੇ ਜਾਂਦੇ ਹਾਂ ਅਸੀਂ ਹੋਰ ਕਿਸੇ ਕਲੱਬ ਨੂੰ ਬਿਲੋਂਗ ਕਰਦੇ ਹਾਂ ਹੋਰ ਅਸੀਂ ਐਜ਼ ਅ ਫੈਮਿਲੀ ਅਸੀਂ ਗੱਲਬਾਤ ਕਰਦੇ ਹਾਂ ਗੇਮਸ ਖੇਡਦੇ ਹਾਂ ਇੱਕ ਦੂਏ ਨੂੰ ਪੁੱਛਦੇ ਹਾਂ ਕੀ ਹਾਲ ਆ ਕਿ ਉੱਦਾਂ ਆ ਕਿ here's the food get your school work done right environment ਦਾ ਬਹੁਤ ਫਰਕ ਪੈਂਦਾ
ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਬਹੁਤ ਫਰਕ ਪੈਂਦਾ ਹੈ ਅਸੀਂ ਘਰ ਦੇ ਵਿੱਚ ਗੱਲਬਾਤ ਕਰਦੇ ਹਾਂ ਕਿ ਨਹੀਂ ਕਰਦੇ, ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਅਸੀਂ, ਕਿ ਅਸੀਂ ਇੱਕ ਦੂਜੇ ਨੂੰ ਹਾਲ ਚਾਲ ਵੀ ਪੁੱਛਦੇ ਹਾਂ। ਕਈ ਲੋਕਾਂ ਦੀ ਇਹ ਵੀ ਕੰਪਲੇਂਟ ਹੁੰਦੀ ਹੈ ਡਾਕਟਰ ਗੁਰਮ ਕਿ ਸਾਡੇ ਪਰਿਵਾਰਿਕ ਮੈਂਬਰ ਜਾਂ ਸਾਡੇ ਬੱਚੇ ਜਿਹੜੇ ਨੇ ਜਾਂ ਸਾਡੇ ਗ੍ਰੈਂਡ ਕਿਡਸ ਨੇ ਉਹ ਸਿਰਫ ਸਕੂਲੋਂ ਆਉਂਦੇ ਨੇ, ਆ ਕੇ ਆਪਣਾ ਟੀਵੀ ਦੇ ਵਿੱਚ ਲੱਗ ਜਾਂਦੇ ਨੇ ਜਾਂ ਆਪਣੇ ਰੂਮ ਦੇ ਵਿੱਚ ਚਲੇ ਜਾਂਦੇ ਨੇ, ਇੱਕ ਸਿਰਫ ਤੇ ਸਿਰਫ ਇਹ ਕਹਿ ਦੇਣਾ ਕਿ ਅੱਜ ਤੁਹਾਡਾ ਦਿਨ ਕਿਵੇਂ ਸੀ, ਕਿਵੇਂ ਹੋ ਤੁਸੀਂ, ਸਿਰਫ ਇਹ ਕਹਿ ਕੇ ਹੀ ਤੁਹਾਡੀ ਜਿਹੜੀ ਸਰਾਊਂਡਿੰਗ ਹੈ ਨਾ ਉਹ ਪੋਜ਼ਿਟਿਵ ਹੋ ਜਾਂਦੀ ਹੈ। ਤੁਹਾਨੂੰ ਸਭ ਕੁਝ ਚਾਹੇ ਉਹ ਇੰਨਾ ਪੁੱਛ ਕੇ ਆਪਣੇ ਰੂਮਸ ਦੇ ਵਿੱਚ ਵਾਪਸ ਚਲ ਜਾਣ, ਪਰ ਉਹ ਇੰਨੀ ਚੀਜ਼ ਹੈ, ਇੱਕ ਕਮਿਊਨੀਕੇਸ਼ਨ ਹੈ ਕਿ ਉਹਦੇ ਨਾਲ ਰਿਲੀਫ ਆਉਂਦਾ ਹੈ। ਸੋ ਇਹ এনवायरमेंट, ਇਹ ਰਿਲੇਸ਼ਨਸ਼ਿਪ ਬਿਲਡ ਕਰਨਾ ਜ਼ਰੂਰੀ ਹੈ। ਪਰ ਹੁਣ ਜਦੋਂ ਅਸੀਂ ਫਿਜ਼ੀਕਲ এনवायरमेंट ਦੀ ਗੱਲ ਕਰਦੇ ਹਾਂ ਤੇ ਸੋਸ਼ਲ এনवायरमेंट ਦੀ ਗੱਲ ਕਰਦੇ ਹਾਂ, ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ, ਡਿਫਰੈਂਸ ਕੀ ਹੈ? ਸੋ ਜਿਹੜੀ ਫਿਜ਼ੀਕਲ এনवायरमेंट ਆ ਉਹ ਹੁੰਦੇ ਆ ਬਿਲਡਿੰਗਸ, ਪੋਲੂਸ਼ਨ, ਜੋ ਕੁਛ ਅਸੀਂ ਬਣਾਈਆਂ ਚੀਜ਼ਾਂ, ਰਾਈਟ? ਤਾਂ ਜਿਹੜੇ ਫਿਰ ਅਸੀਂ ਸੋਸ਼ਲ ਕਹੀਦਾ ਉਹ ਹੁੰਦੀ ਆ ਬੰਦਿਆਂ ਦੀ। ਸੋ ਬੰਦੇ ਕਿੱਥੇ ਖੜਦੇ ਆ, ਕਿੱਥੇ ਬਹਿੰਦੇ ਆ, ਕਿੱਥੇ ਗੱਲ ਕਰਦੇ ਆ, ਕਿਹਦੇ ਨਾਲ ਗੱਲ ਕਰਦੇ ਆ, ਉਹ ਹੈਗੀ ਆ ਪੋਜ਼ਿਟਿਵ ਕਮਿਊਨੀਕੇਸ਼ਨ ਕਿ ਨੈਗੇਟਿਵ ਕਮਿਊਨੀਕੇਸ਼ਨ। ਆਪਾਂ ਕਹਿ ਤਾਂ ਦਈਦਾ ਸੋਸ਼ਲ এনवायरमेंट ਚੰਗੀ ਆ, ਜ਼ਿਆਦਾ ਬੰਦੇ ਜੇ ਜਾਣਦੇ ਆ ਜਾਂ ਫਰੈਂਡਸ ਆ ਉਹ ਚੰਗੇ ਆ, ਪਰ ਉਹ ਨੈਗੇਟਿਵ ਵੀ ਹੋ ਸਕਦੇ ਆ। ਉਹ ਡਿਪੈਂਡ ਕਰਦਾ ਕਿ ਕਿਸੇ ਤਰ੍ਹਾਂ ਦੀ ਰਿਲੇਸ਼ਨਸ਼ਿਪ ਆ। ਤੁਸੀਂ ਕਿਹਾ ਕਿ ਪੋਜ਼ਿਟਿਵ ਹੋ ਸਕਦਾ ਤੇ ਨੈਗੇਟਿਵ ਹੋ ਸਕਦਾ, ਹੁਣ ਤੁਸੀਂ ਡਿਫਾਈਨ ਕਰਨਾ ਹੋਵੇ ਜੇ ਪੋਜ਼ਿਟਿਵ ਨੂੰ ਤੇ ਨੈਗੇਟਿਵ ਨੂੰ, ਕਿ ਪੋਜ਼ਿਟਿਵ ਕਿਹੜੇ ਹੋਣਗੇ ਤੇ ਨੈਗੇਟਿਵ ਕਿਹੜੇ ਹੋਣਗੇ? ਸ਼ੂਰ, ਪੋਜ਼ਿਟਿਵ ਹੁੰਦੇ ਆ ਜੇ ਤੁਸੀਂ ਇੱਕ ਦੂਏ ਨਾਲ ਟਰਸਟਿੰਗ ਰਿਲੇਸ਼ਨਸ਼ਿਪ ਕਰਦੇ ਆ, ਤੁਸੀਂ ਝੂਠ ਨਹੀਂ ਬੋਲਦੇ, ਤੁਹਾਨੂੰ ਪਤਾ ਆ ਜੇ ਆਪਣਾ ਦੋਨਾਂ ਦੀ ਗੱਲ ਕਰ ਲੈਂਦੇ ਆ, ਰਾਈਟ? ਮੈਨੂੰ ਪਤਾ ਹੈ ਜੇ ਮੈਂ ਅਰਸ਼ ਨੂੰ ਫੋਨ ਕਰਾਂ ਔਰ ਮੇਰੀ ਮਦਦ ਕਰ ਦੇਣੀ ਆ, ਰਾਈਟ? ਤੁਹਾਨੂੰ ਪਤਾ ਆ ਜੇ ਮੈਂ ਫੋਨ ਆਨਸਰ ਕਰਤਾ ਮੈਂ ਜ਼ਰੂਰ ਤੁਹਾਡਾ ਸਵਾਲ ਦਾ ਆਨਸਰ ਕਰ ਦੇਣਾ ਆ, ਰਾਈਟ? ਬਟ ਨੈਗੇਟਿਵ ਹੁੰਦੀ ਆ ਜਿਹੜਾ ਬੰਦਾ ਇੱਕ ਦੂਏ ਨੂੰ ਪੁੱਟ ਡਾਊਨ ਕਰਦਾ ਰਹਿੰਦਾ ਆ, ਜਾਂ ਕਹਿ ਦਈਦਾ ਅਸੀਂ ਮਾਈਕਰੋ ਅਗਰੈਸ਼ਨ। ਉਹ ਹੁੰਦੇ ਆ ਕਿ ਇੰਟੈਂਸ਼ਨਲੀ ਜਾਂ ਅਨਇੰਟੈਂਸ਼ਨਲੀ ਜਾਂ ਡਾਇਰੈਕਟ ਹੋਣ ਜਾਂ ਇਨਡਾਇਰੈਕਟ ਹੋਣ, ਪਰ ਜਿਹੜੇ ਤੁਸੀਂ ਡਿਸਕ੍ਰਿਮੀਨੇਟ ਕਿਸੇ ਨਾਲ ਕਰਦੇ ਆ, ਰਾਈਟ? ਆਪਣੀ ਕਮਿਊਨਿਟੀ ਨੂੰ ਤਾਂ ਉਹਦਾ ਬਹੁਤ ਫਰਕ ਪੈਂਦਾ ਆ ਬਿਕਾਜ਼ ਅਸੀਂ ਬਰਾਊਨ ਸਕਿਨ ਆ, ਰਾਈਟ? ਲਾਈਟ ਬਰਾਊਨ ਹੋਏ, ਡਾਰਕ ਬਰਾਊਨ ਹੋਏ, ਗੋਰਿਆਂ ਨੂੰ ਕੋਈ ਫਰਕ ਨਹੀਂ, ਉਹ ਸਾਡੇ ਨਾਲ ਡਿਸਕ੍ਰਿਮੀਨੇਟ ਕਰਦੇ ਆ, ਰਾਈਟ? ਬੇਸ਼ੱਕ ਡਾਇਰੈਕਟਲੀ ਨਾ ਕਰਨ, ਉਹਦਾ ਵੀ ਸਾਡੇ 'ਤੇ ਹੈਲਥ 'ਤੇ ਅਸਰ ਪੈਂਦਾ ਆ। ਵਿੱਚ ਰਿਸਰਚ ਕਹਿੰਦੀ ਆ ਉਹਦਾ ਵੀ ਓਨਾ ਹੀ ਅਸਰ ਆ ਜਿੰਨਾ ਮੇਜਰ ਟਰਾਮਾ ਦਾ ਅਸਰ ਆ। ਜੇ ਕਿੰਨੇ ਫੇਕ ਅਕਿਊਮੂਲੇਟ ਹੋ ਜਾਂਦੇ, ਇਕੱਠੇ ਹੋ ਜਾਂਦੇ ਆ, ਰਾਈਟ? ਫਿਰ ਉਹਦਾ ਉਨਾ ਹੀ ਫਰਕ ਪੈ ਜਾਂਦਾ। ਕਹਿ ਸਕਦੇ ਕਿ ਇਹਦਾ ਅਸਰ ਹੌਲੀ ਹੌਲੀ ਹੁੰਦਾ, ਇਹ ਨਹੀਂ ਕਿ ਇਹਦਾ ਅਸਰ ਸਡਨਲੀ ਤੁਹਾਨੂੰ ਪਾਊਗਾ, ਪਰ ਜਿਸ ਤਰ੍ਹਾਂ ਦਾ ਤੁਹਾਡਾ এনवायरमेंट ਆ, ਹੌਲੀ ਹੌਲੀ ਅੱਗੇ ਜਦੋਂ ਤੁਸੀਂ ਡਿਫਰੈਂਟ ਲਾਈਫ ਦੀ ਸਟੇਜ ਤੇ ਪਹੁੰਚਦੇ ਜਾਂਦੇ ਆ ਤੇ ਤੁਹਾਨੂੰ ਉਹਦਾ ਅਸਰ ਜਿਹੜਾ ਦਿਖਦਾ ਜਾਂਦਾ ਜੀ। ਉਹ ਐਕਚੁਅਲੀ ਇਮੀਡੀਏਟਲੀ ਵੀ ਪੈ ਸਕਦਾ ਆ, ਪਰ ਲੌਂਗ ਟਰਮ ਵੀ ਪੈ ਸਕਦਾ। ਸੋ ਸ਼ੁਰੂ ਹੁੰਦਾ ਆ ਏਜ 0 to 2 months। ਓਕੇ, ਸੋ ਉਹ ਅਸੀਂ ਕਹੀਦਾ ਸਾਰਿਆਂ ਤੋਂ ਜ਼ਿਆਦਾ ਕ੍ਰਿਟੀਕਲ ਟਾਈਮ ਆ ਜਿੱਥੇ ਸੋਸ਼ਲ ਰਿਲੇਸ਼ਨਸ਼ਿਪਸ ਤੁਸੀਂ ਬਣਾਉਣੇ ਆ। ਸੋ ਜਿਹੜਾ ਮਦਰ ਜਾਂ ਫਾਦਰ ਹੋਵੇ ਉਹ ਜ਼ਰੂਰੀ ਆ in that time span 0 to 2 months ਕਿ ਉਹ ਪੋਜ਼ਿਟਿਵ ਰਿਲੇਸ਼ਨਸ਼ਿਪ ਬੱਚੇ ਨਾਲ ਬਣਾਵੇ। ਸੋ ਜੇ ਬੱਚਾ ਸਮਾਈਲ ਕਰਦਾ ਉਹਨੂੰ ਮੁੜ ਕੇ ਸਮਾਈਲ ਕਰੋ, ਉਹਦੇ ਨਾਲ ਕੁਛ ਖੇਲੋ, ਉਹਨੂੰ ਹਸਾਓ। ਈਵਨ ਉਸ ਏਜ 'ਤੇ ਉਹਨਾਂ ਨੂੰ ਸਾਰਾ ਕੁਛ ਪਤਾ ਲੱਗਦਾ ਸਾਡੇ ਇਮੋਸ਼ਨਸ ਕੀ ਆ, ਤਾਂ ਅਸੀਂ ਕਿੱਦਾਂ ਗੱਲ ਕਰਦੇ ਹਾਂ, ਕਿੱਧਰੋਂ ਕਰਦੇ ਹਾਂ। ਜੇ ਉਹਦਾ ਡਾਈਪਰ ਚੇਂਜ ਕਰਨ ਵਾਲਾ ਤਾਂ ਅਸੀਂ ਕਿਸੇ ਨੂੰ ਹੋਰ ਨੂੰ ਹਾਕ ਮਾਰਦੇ ਹਾਂ ਕਿ ਉਹਦਾ ਡਾਈਪਰ ਚੇਂਜ ਕਰੋ, ਰਾਈਟ? ਉਹ ਨਿਆਣੇ 'ਤੇ ਸਾਰਾ ਅਸਰ ਪੈਂਦਾ ਆ ਜਿੱਦਾਂ ਵੀ ਉਹਦਾ ਡਿਵੈਲਪਮੈਂਟ ਹੁੰਦਾ ਆ। ਬਿਲਕੁਲ। ਸੋ ਉਹ ਬੇਸਿਸ ਬਣ ਜਾਂਦਾ ਗਾਹਾਂ ਦੇ ਰਿਲੇਸ਼ਨਸ਼ਿਪਸ ਦਾ, ਗਾਹਾਂ ਦੀ ਹੈਲਥ ਦਾ। ਸੋ ਜੇ ਕੰਟੀਨਿਊ ਹੋਈ ਜਾਵੇ, ਰਾਈਟ, ਨੈਗੇਟਿਵ ਰਿਲੇਸ਼ਨਸ਼ਿਪਸ, ਬਲੱਡ ਪ੍ਰੈਸ਼ਰ ਵੱਧ ਸਕਦਾ ਆ। ਹੋਰ ਜਿੱਦਾਂ ਹੈਗੇ ਅਸੀਂ ਆਟੋ ਇਮਿਊਨ ਡਿਸਆਰਡਰ ਉਹ ਜਾਂ ਸਟ੍ਰੈਸ ਤਾਂ ਹੋਈ ਜਾਂਦੀ ਆ, ਉਹਦਾ ਬਿਗ ਵਨ ਆ, ਰਾਈਟ? ਉਹਦੇ ਕਰਕੇ ਬਾਕੀ ਸਾਰੇ ਜਿਹੜੇ ਹੈਲਥ ਇਸ਼ੂਜ਼ ਆ ਉਹ ਆ ਜਾਂਦੇ ਆ, ਡਿਪਰੈਸ਼ਨ ਆ ਜਾਂਦਾ ਆ, ਕ੍ਰੋਨਿਕ ਹੈਲਥ ਇਲਨੈਸਿਸ ਆ ਜਾਂਦੀਆਂ ਆ, ਡਾਇਬੀਟੀਜ਼, ਹਾਰਟ ਡਿਜ਼ੀਜ਼, ਰਾਈਟ? ਇਹ ਸਾਰੇ ਇੰਟਰ ਰਿਲੇਟਡ ਆ। ਨਾਲ ਤੁਸੀਂ ਜਿਵੇਂ ਕਹਿ ਸਕਦੇ ਆ ਬਿਹੇਵੀਅਰ ਦੇ ਉੱਤੇ ਵੀ ਫਰਕ ਪੈਂਦਾ ਆ। ਤੁਸੀਂ ਅਗਲੇ ਨਾਲ ਖਿੱਝ ਕੇ ਕਹਿੰਦੇ ਨਾ ਚਿੜਚਿੜਾਪਨ ਆ ਜਾਂਦਾ ਹੈ ਕਿ ਤੁਸੀਂ ਕਿਸੇ ਨਾਲ ਗੱਲ ਕਰਦੇ ਆ, ਰੂਡ ਗੱਲ ਕਰਦੇ ਆ ਆਲਵੇਜ਼। ਸੋ ਬਿਹੇਵੀਅਰ ਦੇ ਉੱਤੇ ਵੀ ਅਸਰ ਪੈਂਦਾ ਬਹੁਤ, ਰਾਈਟ? ਸੋ ਉਹੀ
ਉੱਥੋਂ ਹੀ ਵਾਇਰਿੰਗ ਸ਼ੁਰੂ ਹੋ ਜਾਂਦੀ ਹੈ ਜ਼ੀਰੋ ਤੋਂ ਪਹਿਲਾਂ ਵੀ, ਜਿੱਦਾਂ ਮੈਂ ਕਹਿੰਦੀ ਹੁੰਦੀ ਹਾਂ ਰਾਈਟ, ਪਹਿਲਾਂ ਹੀ ਸ਼ੁਰੂ ਹੋ ਜਾਂਦੀ। ਪਰ 0 ਤੋਂ 2 ਤੇ ਹੀ ਤਾਂ ਸਾਡੇ ਕੋਲ ਰਿਸਰਚ ਹੈਗੀ ਆ ਕਾਫੀ, ਜਿੱਥੇ ਉਹ ਕਹਿੰਦੇ ਆ ਜਿੱਦਾਂ ਵੀ ਤੁਸੀਂ ਬੋਲਦੇ ਆ ਉਹ ਸਾਰਾ ਕੁਛ ਉੱਦਾਂ ਹੀ ਸਾਡਾ ਬ੍ਰੇਨ ਫੇਰ ਡਿਵੈਲਪ ਹੁੰਦਾ ਆ। ਸੋ ਜੇ ਸਾਡੇ ਹੈਬਿਟਸ ਬਣ ਜਾਂਦੇ ਆ ਕਿ ਅਸੀਂ ਐਂਗਰਲੀ ਬੋਲਦੇ ਆ ਕਿਸੇ ਨਾਲ ਰਾਈਟ, ਉਹ ਅਸੀਂ ਸਿੱਖ ਵੀ ਸਕਦੇ ਹਾਂ, ਅਸੀਂ ਉਹ ਰਿਪੀਟ ਕਰ ਦਿੰਦੇ ਹਾਂ ਹੈਬਿਟ, ਪਰ ਹੋ ਰਿਹਾ ਉਹਦਾ ਸਾਡੇ 'ਤੇ ਅਸਰ ਪੈਂਦਾ ਕਿ ਸਾਨੂੰ ਪਤਾ ਨਹੀਂ ਕਿਸੇ ਕਦੋਂ ਸਾਡੇ 'ਤੇ ਇੱਦਾਂ ਬੋਲਣਾ ਆ ਰਾਈਟ। ਉਹ ਫਿਰ ਸਟ੍ਰੈਸ ਹੋ ਜਾਂਦੀ, ਉਹ ਐਂਗਜ਼ਾਇਟੀ ਹੋ ਜਾਂਦੀ ਆ, ਤਾਂ ਫਿਰ ਉਹ ਜਿੰਨੇ ਵੀ ਮਰਜ਼ੀ ਇਲਨੈਸਿਸ ਦੇਖੋ ਕਾਫੀ ਹੋ ਜਾਂਦੇ ਆ, ਇਨਕਲੂਡਿੰਗ ਕੈਂਸਰ। ਸੋ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਸੋਸ਼ਲ এনवायरमेंट ਦੇ ਉੱਤੇ ਡਿਪੈਂਡ ਕਰਦੀਆਂ ਨੇ। ਹੁਣ ਅਸੀਂ ਚਾਈਲਡ ਦੀ ਹੀ ਗੱਲ ਕਰ ਰਹੇ ਹੈਗੇ ਆ, ਹੁਣ ਲਰਨਿੰਗ ਪ੍ਰੋਸੈਸ ਹੈਗਾ ਆ, ਚਾਈਲਡ ਵੱਡਾ ਹੁੰਦਾ, ਸਕੂਲ ਦੇ ਵਿੱਚ ਜਾਂਦਾ, ਕਾਲਜ ਜਾਂਦਾ, ਯੂਨੀਵਰਸਿਟੀ ਜਾਂਦਾ ਹੈ, ਲਰਨਿੰਗ ਪ੍ਰੋਸੈਸ ਦੇ ਉੱਤੇ ਵੀ ਇਹਦਾ ਅਸਰ ਪੈਂਦਾ ਸਾਡੇ ਸੋਸ਼ਲ এনवायरमेंट ਦਾ? ਬਹੁਤ ਪੈਂਦਾ। ਉਹੀ 0 ਤੋਂ ਸ਼ੁਰੂ ਹੋ ਗਿਆ ਰਾਈਟ, ਫਿਰ ਘਰ ਦਾ ਪੈਂਦਾ ਆ, ਅਸੀਂ ਕਿੱਦਾਂ ਨਿਆਣੇ ਨੂੰ ਸਿਖਾਉਂਦੇ ਆ, ਕਿੱਦਾਂ ਉਹਨੂੰ ਬਿਹੇਵ ਕਰਦੇ ਆ, ਉਹਦੀ ਆਈਡੈਂਟਿਟੀ ਕੀ ਆ ਬਣਦੀ, ਉਹ ਸਿੱਖਦਾ ਆ ਕਿ ਸਾਡੇ ਫੈਮਿਲੀ ਰੂਲਸ ਕੀ ਆ, ਸਾਡਾ ਕਲਚਰ ਕੀ ਆ, ਅਸੀਂ ਕਿੱਥੇ ਦੇ ਆ ਲੋਕ ਰਾਈਟ, ਅਸੀਂ ਸਾਰੇ ਇਮੀਗ੍ਰੈਂਟ ਆ, ਸਾਡਾ ਅਟੈਚਮੈਂਟ ਕਿੱਥੇ ਆ ਹੋਮਲੈਂਡ ਨਾਲ, ਉਹ ਸਾਰਾ ਕੁਝ ਸਿੱਖਦਾ ਆ। ਉਹ ਆਪਣੇ ਸੈਲਫ ਅਸਟੀਮ, ਸੈਲਫ ਕਨਸੈਪਟ ਨੂੰ ਬਣਾਉਂਦਾ ਆ, ਉੱਥੋਂ ਸ਼ੁਰੂ ਹੋ ਜਾਂਦਾ ਰਾਈਟ। ਫਿਰ ਜਦੋਂ ਸਕੂਲ ਜਾਂਦੇ ਆ, ਜਿਹੜੇ ਟੀਚਰ ਹੁੰਦੇ, ਪ੍ਰਿੰਸੀਪਲ, ਹੋਰ ਸਟੂਡੈਂਟਸ, ਫਿਰ ਉਹਨਾਂ ਨਾਲ ਜਿੱਦਾਂ ਬਿਹੇਵੀਅਰ ਹੁੰਦਾ, ਰਿਲੇਸ਼ਨਸ਼ਿਪ ਹੁੰਦਾ, ਉਹਦਾ ਬਹੁਤ ਅਸਰ ਪੈਂਦਾ ਆ। ਸੋ ਟੀਚਰ ਸਾਨੂੰ ਕਿੱਦਾਂ ਬੁਲਾਉਂਦਾ ਆ, ਕਿੱਦਾਂ ਸਾਡੀ ਸਪੋਰਟ ਕਰਦਾ ਜਦੋਂ ਅਸੀਂ ਸਿੱਖੀਦਾ, ਸਾਡੇ ਕਲਾਸ ਵਾਲੇ ਕੀ ਕਰਦੇ ਆ ਜਦੋਂ ਅਸੀਂ ਸਿੱਖਦੇ ਆ, ਉਹ ਵੀ ਸਾਨੂੰ ਸਪੋਰਟ ਕਰਦੇ ਕਿ ਉਹ ਹੱਸਦੇ ਆ। ਜੇ ਉਹ ਸਾਨੂੰ ਹੱਸਦੇ ਆ ਜਾਂ ਟੀਚਰ ਸਾਨੂੰ ਗੁੱਸੇ ਨਾਲ ਬੋਲਦਾ ਆ, ਉਹਦਾ ਨੈਗੇਟਿਵ ਇੰਪੈਕਟ ਪੈਂਦਾ। ਓਕੇ, ਪਹਿਲਾਂ ਨੈਗੇਟਿਵ ਦੀ ਗੱਲ ਕਰ ਲੈਂਦੇ। ਸੋ ਜੇ ਨੈਗੇਟਿਵ ਇੰਪੈਕਟ ਪੈਂਦਾ, ਸੋ ਮੈਨੂੰ ਮੈਂ ਕਹਿ ਦਊਂ ਮੈਂ ਚਾਈਲਡ ਆ ਉਸ ਕਲਾਸਰੂਮ ਵਿੱਚ ਰਾਈਟ, ਸੋ ਮੈਨੂੰ ਟੀਚਰ ਯੈਲ ਕਰਦੀ ਆ, ਮੈਂ ਫੀਲ ਗੁੱਡ ਨਹੀਂ ਕਰਦੀ ਰਾਈਟ, ਮੈਂ ਕਹਿੰਦੀ ਹਾਂ ਮੈਂ ਕਾਹਤੇ ਸਕੂਲ ਆ ਗਏ, ਇੰਨੋਂ ਤਾਂ ਮੈਂ ਨਹੀਂ ਆਉਂਦੀ। ਜਦੋਂ ਫਿਰ ਹੋਈ ਜਾਂਦੀ ਆ ਇੱਦਾਂ ਰਾਈਟ ਹਰੇਕ ਗ੍ਰੇਡ ਵਿੱਚ, ਫਿਰ ਇਵੈਂਚੁਅਲੀ ਬਾਈ ਵੇਲੇ ਤੁਸੀਂ ਹਟ ਜਾਂਦੇ ਸਕੂਲ ਤੋਂ, ਕਿ ਸਕੂਲ ਤੁਹਾਨੂੰ ਫਨ ਨਹੀਂ ਹੈਗਾ, ਤੁਹਾਡੇ ਕੋਲ ਕੁਛ ਸਿੱਖ ਨਹੀਂ ਹੁੰਦਾ, ਕਿ ਤੁਹਾਡੇ ਐਂਗਜ਼ਾਇਟੀ ਹੁੰਦੀ ਰਹਿੰਦੀ ਆ ਸਦਾ ਰਾਈਟ। ਸੋ ਉਹ ਨੈਗੇਟਿਵ ਇੰਪੈਕਟ ਹੁੰਦਾ। ਉਹੀ ਕੰਮ ਦਾ ਹਾਲ ਆ, ਜੇ ਕਿ ਤੁਸੀਂ ਕੰਮ 'ਤੇ ਆ ਹੈ ਨਾ, ਤਾਂ ਤੁਹਾਡਾ ਬਾਸ ਤੁਹਾਨੂੰ ਕੁਛ ਨਾ ਕੁਛ ਕਹੀ ਜਾਂਦਾ ਆ, ਤੁਹਾਨੂੰ ਪਤਾ ਨਹੀਂ ਕਦੋਂ ਕੋਈ ਫਾਲਟ ਕੱਢ ਦੇਣੀ ਆ ਰਾਈਟ। ਬਿਕਾਜ਼ ਇਹ ਵੀ ਗੱਲ ਆ ਔਨ ਦਾ ਸਾਈਡ, ਜੇ ਤੁਸੀਂ ਨੈਗੇਟਿਵ ਚੀਜ਼ਾਂ ਕਿਸੇ ਲਈ ਟੋੜੋ, ਤੁਹਾਨੂੰ ਨੈਗੇਟਿਵ ਦਿਸੀ ਜਾਣੀਆਂ ਆ, ਜੇ ਪੋਜ਼ੀਟਿਵ ਟੋੜੋ, ਪੋਜ਼ੀਟਿਵ ਦਿਸੀ ਜਾਣੀਆਂ ਆ ਰਾਈਟ। ਸੋ ਜੇ ਨੈਗੇਟਿਵ ਦਿਸੀ ਜਾਂਦੀ ਆ ਤਾਂ ਤੁਹਾਨੂੰ ਨੈਗੇਟਿਵ ਰਿਸਪੌਂਸ ਮਿਲਦੇ ਆ, ਉਹਦੇ ਨਾਲ ਤੁਹਾਡੇ ਹੈਲਥ 'ਤੇ ਇੰਪੈਕਟ ਪੈਂਦਾ ਆ। ਸੋ ਉਹ ਨੈਗੇਟਿਵ ਦੀ ਹੋ ਗਈ, ਪੋਜ਼ੀਟਿਵ ਦੀ ਹੋ ਗਈ, ਤੁਸੀਂ ਘਰ ਪੋਜ਼ੀਟਿਵ ਆ, ਤੁਹਾਡਾ ਅਟੈਚਮੈਂਟ ਹੋ ਜਾਂਦਾ ਪੇਰੈਂਟਸ ਦੇ ਨਾਲ, ਕਿ ਜਿੰਨਾ ਵੀ ਉਹ ਸਪੋਰਟ ਕਰਨ, ਸਪੋਰਟਿਵ ਹੋਣ, ਉਨਾ ਹੀ ਤੁਹਾਡੇ ਸਿੱਖਣ 'ਤੇ ਤਾਂ ਹੈਲਥ 'ਤੇ ਅਸਰ ਪੈਂਦਾ ਆ। ਉਹੀ ਸਕੂਲ ਵਿੱਚ ਗੱਲ ਆ। ਸੋ ਜੇ ਤੁਹਾਡੇ ਕੋਲ ਫਰੈਂਡਸ ਆ, ਉਹ ਕਹਿੰਦੇ ਉਹ ਜੇ ਕਿਸੇ ਨੇ ਕੁਛ ਕਿਹਾ ਉਹ ਇੱਦਾਂ ਹੀ ਕਰਦੇ ਹੁੰਦੇ ਆ, ਆ ਜਾਓ ਆਪਾਂ ਆਹ ਕਰ ਲਈਏ ਰਾਈਟ, ਉਹ ਤੁਹਾਨੂੰ ਸਪੋਰਟ ਕਰਦੇ ਆ, ਉਹਦਾ ਫਿਰ ਪੋਜ਼ੀਟਿਵ ਬਣ ਜਾਂਦਾ ਆ। ਜੇ ਟੀਚਰ ਪੋਜ਼ੀਟਿਵ ਆ, ਤੁਹਾਨੂੰ ਕੁਛ ਨਹੀਂ ਪਤਾ, ਉਹ ਕਹਿ ਦਿੰਦੇ ਓਕੇ ਆਹ ਨਹੀਂ ਪਤਾ, ਆਹ ਹੁਣ ਮੈਨੂੰ ਦੱਸ ਦਿਓ, ਫਿਰ ਉਹ ਹੌਲੀ ਹੌਲੀ ਤੁਹਾਨੂੰ ਸਿਖਾ ਦਿੰਦੇ ਆ, ਜਿੱਥੇ ਲੱਗਦਾ ਕਿ ਤੁਹਾਡੇ ਕੋਲ ਕਰੈਕਟ ਆਨਸਰ ਹੋ ਜਾਂਦਾ ਆ ਰਾਈਟ। ਸੋ ਉਹਦਾ ਫਰਕ ਪੈਂਦਾ ਆ ਲਰਨਿੰਗ ਦੇ ਵਿੱਚ। ਪਰ ਜੇ ਨੈਗੇਟਿਵ ਹੋਈ ਜਾਵੇ, ਫਿਰ ਸਿੱਖ ਨਹੀਂ ਹੁੰਦਾ ਹੈਗਾ, ਸਟ੍ਰੈਸ, ਐਂਗਜ਼ਾਇਟੀ ਹੁੰਦੀ ਰਹਿੰਦੀ, ਫਿਰ ਇਵੈਂਚੁਅਲੀ ਡਿਪਰੈਸ਼ਨ। ਡਾਕਟਰ ਗੁਰਮ, ਜਿੱਦਾਂ ਤੁਸੀਂ ਇਹ ਐਕਸਪਲੇਨ ਕੀਤਾ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਜਿਸ ਤਰ੍ਹਾਂ ਸਿਚੁਏਸ਼ਨ ਨੂੰ ਹੈਂਡਲ ਕਰਦੇ ਹਾਂ, ਹੁਣ ਅਸੀਂ ਜਦੋਂ ਤੁਸੀਂ ਕਿਹਾ ਕਈ ਵਾਰ ਕਹਿੰਦੇ ਨੇ ਨਹੀਂ ਇੱਦਾਂ ਹੀ ਹੁੰਦਾ ਹੈ, ਉਹ ਤੁਸੀਂ ਉੱਦਾਂ ਹੀ ਨੋਟ ਕਰ ਲਿਆ ਹੋਣਾ, ਕਈ ਵਾਰ ਅਸੀਂ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਹਿੰਦੇ ਹਾਂ ਪੋਜ਼ਿਟਿਵਨੈਸ ਲਿਆਉਣ ਦੀ ਕੋਸ਼ਿਸ਼ ਕਰਦੇ ਹੈਗੇ, ਪਰ ਹੁਣ ਕਈ ਵਾਰ ਅਸੀਂ ਇਗਨੋਰ ਕਰਦੇ ਰਹਿੰਦੇ ਹਾਂ, ਅਸੀਂ ਉਹ ਚੀਜ਼ਾਂ ਜਿਹੜੀਆਂ ਨੇ ਜੇ ਸਕੂਲ ਦੇ ਵਿੱਚ ਕੁਝ ਹੁੰਦਾ ਤਾਂ ਸਕੂਲ ਦੇ ਵਿੱਚ ਛੱਡ ਕੇ ਤੇ ਫਿਰ ਅਸੀਂ ਭੁੱਲ ਜਾਂਦੇ ਹਾਂ ਥੋੜੇ ਦਿਨਾਂ ਬਾਅਦ, ਕਿਉਂਕਿ ਬੱਚਿਆਂ ਦੀ ਮੈਂਟੈਲਿਟੀ ਵੀ ਇੱਦਾਂ ਦੀ ਹੁੰਦੀ ਹੈ ਕਿ ਅਸੀਂ ਉਹ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਪਰ ਜਦੋਂ ਅਸੀਂ ਵੱਡੇ ਹੁੰਦੇ ਹਾਂ ਜਾਂ ਅਸੀਂ ਸਕੂਲ ਕਾਲਜਸ ਦੇ ਵਿੱਚ ਚਲੇ ਜਾਂਦੇ ਹਾਂ,
ਕਾਲਜ ਵੀ ਪਾਸ ਆਊਟ ਕਰ ਲੈਂਦੇ ਆ, ਫਿਰ ਅਸੀਂ ਚੀਜ਼ਾਂ ਨੋਟਿਸ ਕਰਨ ਲੱਗ ਜਾਂਦੇ ਆ। ਉਦੋਂ ਜਦੋਂ ਵੱਡਾ ਹੋ ਜਾਂਦਾ ਬੱਚਾ, ਉਦੋਂ ਵੀ ਚੀਜ਼ਾਂ ਇੰਪੈਕਟ ਕਰਨੀਆਂ ਸ਼ੁਰੂ ਹੋ ਸਕਦੀਆਂ ਨੇ ਕਿ ਛੋਟੇ ਹੁੰਦੇ ਇੰਨਾ ਇੰਪੈਕਟ ਨਹੀਂ ਕੀਤਾ, ਪਰ ਜਦੋਂ ਵੱਡੇ ਹੋਏ, ਅਸੀਂ ਕੰਮ ਵਾਲੇ ਕਿਤੇ ਗਏ, ਉੱਥੇ ਅਸੀਂ ਨੋਟ ਕਰਨਾ ਸ਼ੁਰੂ ਕਰ ਦਿੱਤਾ, ਅੱਛਾ ਇਹ ਵੀ ਹੁੰਦਾ, ਇਹ ਮੇਰੇ ਨਾਲ ਹੀ ਕਿਉਂ ਹੁੰਦਾ। ਸੋ ਵੱਡਿਆਂ ਹੋਇਆਂ ਤੇ ਕੀ ਅਸਰ ਹੋ ਸਕਦਾ? ਸੋ ਉਹ ਅਸਰ ਸਾਡੇ ਸਰੀਰ 'ਚ ਪੈ ਜਾਂਦਾ ਆ ਪਹਿਲਾਂ ਤੋਂ ਹੀ, ਪਰ ਅਸੀਂ ਨੋਟ ਨਹੀਂ ਕਰਦੇ। ਅਸੀਂ ਨੋਟ ਨਹੀਂ ਕਰਦੇ, ਰਾਈਟ। ਸੋ ਅਸੀਂ ਜੇ ਜਾ ਕੇ ਕੰਮ ਤੇ ਨੋਟ ਕਰਦੇ ਹਾਂ, ਅਸੀਂ ਗ੍ਰੈਜੂਏਟ ਹੋ ਗਏ ਕੰਮ ਕਰਦੇ ਹਾਂ, ਤਾਂ ਸਾਨੂੰ ਲੱਗਦਾ ਆ ਕਿ ਅਸੀਂ ਸਟ੍ਰੈਸ ਹੋਈ ਜਾਂਦੇ ਹਾਂ ਕਿਸੇ ਨਾ ਕਿਸੇ ਚੀਜ਼ 'ਤੇ, ਔਰ ਸਾਨੂੰ ਲੱਗਦਾ ਆ ਸਾਡਾ ਬਾਸ ਸਦਾ ਸਾਨੂੰ ਹੀ ਕੁਛ ਕਹਿੰਦਾ ਹੈ, ਹੋਰ ਕਿਸੇ ਨੂੰ ਨਹੀਂ ਕਹਿੰਦਾ, ਰਾਈਟ। ਉਹ ਹੋ ਸਕਦਾ ਆ ਕਿ ਹੁਣੇ ਹੀ ਸ਼ੁਰੂ ਹੋਇਆ, ਪਰ ਆਲਸੋ ਹੋ ਸਕਦਾ ਕਿ ਪਹਿਲਾਂ ਤੋਂ ਸਾਡੇ ਨਾਲ ਇੱਦਾਂ ਹੁੰਦੀ ਸੀ, ਪਰ ਅਸੀਂ ਇਗਨੋਰ ਕਰਦੇ ਰਹੇ, ਪਰ ਹੁਣ ਅਕਿਊਮੂਲੇਸ਼ਨ ਹੋ ਗਈ ਆ ਤਾਂ ਅਸੀਂ ਨੋਟਿਸ ਕਰਦੇ ਹਾਂ। ਸੋ ਉਹਦਾ ਵੀ ਓਨਾ ਹੀ ਫਿਰ ਅਸਰ ਪੈਣ ਲੱਗ ਪੈਂਦਾ, ਉਹ ਜਸਟ ਲੇਟਰ ਸ਼ੁਰੂ ਹੁੰਦਾ, ਦੈਟਸ ਆਲ। ਵਾਟ ਅਬਾਊਟ ਦ ਰਿਲੇਸ਼ਨਸ਼ਿਪਸ? ਅਸੀਂ ਜਦੋਂ ਘਰ ਦੀ ਗੱਲ ਕਰਦੇ ਹਾਂ, ਜਦੋਂ ਇਹ ਹੈ ਕਿ ਅਸੀਂ ਬੱਚੇ ਹੁੰਦੇ ਹਾਂ, ਸਾਡਾ ਜ਼ਿਆਦਾ ਜਿਹੜਾ ਨੇੜਲਾਪਨ ਜਾਂ ਅਸੀਂ ਕਹਿੰਦੇ ਰਿਲੇਸ਼ਨਸ਼ਿਪ ਪੇਰੈਂਟਸ ਦੇ ਨਾਲ ਜ਼ਿਆਦਾ ਹੁੰਦਾ ਜਾਂ ਗ੍ਰੈਂਡ ਪੇਰੈਂਟਸ ਦੇ ਨਾਲ ਹੁੰਦਾ, ਪਰ ਸਮਟਾਈਮਸ ਅਸੀਂ ਜਦੋਂ ਅਸੀਂ ਵੱਡੇ ਹੁੰਦੇ ਹਾਂ, ਅਸੀਂ ਮੈਰਿਡ ਹੋ ਜਾਂਦੇ ਹਾਂ, ਜਾਂ ਸਾਡੇ ਹੋਰ ਰਿਲੇਸ਼ਨਸ ਆ ਜਾਂਦੇ, ਸਾਡੇ ਇਨ-ਲॉज ਦੇ ਰਿਲੇਸ਼ਨ ਹੋ ਜਾਂਦੇ ਆ, ਸੋ ਚਾਹੇ ਉਹ ਗਰਲ ਵਾਲੀ ਸਾਈਡ ਤੇ ਆ, ਚਾਹੇ ਬॉयਜ਼ ਵਾਲੀ ਸਾਈਡ ਤੇ ਆ, ਉਹ ਰਿਲੇਸ਼ਨਸ਼ਿਪ ਸੋਸ਼ਲ এনवायरमेंट ਦੇ ਵਿੱਚ ਕਿੰਨੇ ਕੁ ਮੈਟਰ ਕਰਦੇ ਆ? ਉਹ 100% ਮੈਟਰ ਕਰਦੇ ਆ। ਜੇ ਤੁਹਾਡਾ ਚਾਈਲਡਹੁੱਡ ਨੈਗੇਟਿਵ ਸੀਗਾ ਤਾਂ ਤੁਹਾਡਾ ਮੈਰਿਜ ਪਾਰਟਨਰ ਪੋਜ਼ਿਟਿਵ ਹੋਵੇ, ਤੁਹਾਡਾ ਜਿਹੜਾ ਬ੍ਰੇਨ ਆ ਉਹ ਸਵਿਚ ਹੋ ਸਕਦਾ ਆ, ਉਹ ਪੋਜ਼ਿਟਿਵ ਬਣ ਸਕਦਾ ਆ। ਤਾਂ ਰਿਵਰਸ ਵੀ ਟਰੂ ਆ, ਜੇ ਤੁਹਾਡੇ ਕੋਲ ਪਹਿਲਾਂ ਪੋਜ਼ਿਟਿਵ ਸੀ, ਫਿਰ ਨੈਗੇਟਿਵ ਪਾਰਟਨਰ ਆ ਜਾਂਦਾ ਆ, ਫਿਰ ਉਹ ਨੈਗੇਟਿਵ ਵੀ ਐਕਸਪੀਰੀਅੰਸ ਹੋ ਜਾਂਦੀ ਆ। ਸੋ ਦੋਨੇ ਪਾਸਿਓਂ ਬਹੁਤ ਇੰਪੋਰਟੈਂਟ ਆ। ਸੋ ਜਿੰਨੇ ਵੀ ਸਾਡੇ ਰਿਲੇਸ਼ਨਸ਼ਿਪਸ ਪੋਜ਼ਿਟਿਵ ਆ, ਹੁਣ ਮੈਂ ਨਵੀਂ ਰਿਸਰਚ ਟੋਲਦੀ ਸੀ ਪਰ ਮੈਨੂੰ ਲੱਭੀ ਨਹੀਂ, ਪਰ ਅਸੀਂ ਅੱਗੇ ਕਹੀਦਾ ਸੀ ਜੇ 5 ਜਾਂ 6 ਬੰਦੇ ਤੁਹਾਡੇ ਟੋਟਲ ਟਰਸਟਡ ਫਰੈਂਡਸ ਹੈਗੇ ਆ, ਜਿਨ੍ਹਾਂ ਨੂੰ ਤੁਸੀਂ ਜੋ ਕੁਛ ਮਰਜ਼ੀ ਕਹਿ ਸਕਦੇ, ਤੁਹਾਨੂੰ ਪਤਾ ਆ ਕਿਤੇ ਨਹੀਂ ਜਾਣਾ, ਉਹਨੀ ਸਦਾ ਤੁਹਾਡੀ ਹੈਲਪ ਕਰਨੀ ਆ, ਫਿਰ ਤੁਹਾਡੇ 'ਤੇ ਓਨਾ ਅਸਰ ਨਹੀਂ ਪੈਂਦਾ ਹੈਗਾ। ਪਰ ਜੇ ਨਹੀਂ ਹੈਗੇ ਫਿਰ ਨੈਗੇਟਿਵ ਹੋ ਜਾਂਦਾ ਆ। ਜੀ, ਜਿਵੇਂ ਤੁਸੀਂ ਕਿਹਾ ਕਿ ਫਿਰ ਫਰੈਂਡਸ ਦਾ ਵੀ ਇੱਕ ਬਹੁਤ ਵੱਡਾ ਰੋਲ ਹੁੰਦਾ, ਐਂਡ ਸਮ ਪੀਪਲ ਵਾਸ ਲਾਈਕ ਕਿ ਸਾਡਾ ਕੋਈ ਬੈਸਟ ਫਰੈਂਡ ਨਹੀਂ, ਹਾਂ ਉੱਦਾਂ ਹੈਲੋ ਹਾਈ ਵਾਲੇ ਫਰੈਂਡ ਹੈਗੇ, ਅਸੀਂ ਫਰੈਂਡ ਨਹੀਂ ਬਣਾ ਸਕਦੇ। ਹੁਣ ਇਹ ਚੀਜ਼ਾਂ ਫਰੈਂਡਲੀ ਹੋਣਾ, ਇਹ ਵੀ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਫਰੈਂਡਸ ਨਹੀਂ ਬਣਾ ਸਕਦੇ, ਅਸੀਂ ਕਈ ਵਾਰੀ ਅਸੀਂ ਇੰਟਰੋਵਰਟ ਹੁੰਦੇ ਆ ਜ਼ਿਆਦਾ, ਅਸੀਂ ਜ਼ਿਆਦਾ ਨਹੀਂ ਗੱਲ ਖੁੱਲ੍ਹ ਕੇ ਕਹਿ ਸਕਦੇ। ਸੋ ਉਹ ਚੀਜ਼ਾਂ ਵੀ ਤੁਹਾਡੇ এনवायरमेंट 'ਤੇ ਅਸਰ ਪਾਉਂਦੀਆਂ ਨੇ ਕਿ ਅਸੀਂ ਆਪਣੀ ਗੱਲ ਐਕਸਪ੍ਰੈਸ ਹੀ ਨਹੀਂ ਕਰ ਪਾ ਰਹੇ। ਜੀ, ਉਹ ਵੀ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦਾ ਆ। ਵਿੱਚ ਤਾਂ ਸਾਡੇ ਸਟੱਡੀਜ਼ ਕਹਿੰਦੇ ਆ, ਜਿਹੜੇ ਮੈਂ ਅਟੈਚਮੈਂਟ ਦੀ ਗੱਲ ਕਰਦੀ ਸੀ ਅੱਗੇ, ਰਾਈਟ, ਕਿ ਪੇਰੈਂਟ ਚਾਈਲਡ ਦਾ, ਉੱਥੋਂ ਹੀ ਜੇ ਉਹ ਨੈਗੇਟਿਵ ਹੋਵੇ ਫਿਰ ਬੰਦੇ ਸ਼ਾਏ ਹੋ ਜਾਂਦੇ ਆ ਬਾਅਦ ਵੇਲੇ, ਫਿਰ ਸਪੀਕ ਅਪ ਨਹੀਂ ਕਰਦੇ ਹੈਗੇ, ਰਾਈਟ। ਸੋ ਉਹ ਟੋਟਲੀ ਰਿਲੇਟਡ ਆ ਸਾਰਾ ਕੁਛ। ਪਰ ਜੇ ਤੁਸੀਂ ਐਡਲਟ ਆ ਤਾਂ ਤੁਹਾਨੂੰ ਇਹ ਪਤਾ ਲੱਗਦਾ ਆ, ਰਾਈਟ, ਤੁਸੀਂ ਕਾਉਂਸਲਿੰਗ ਲਈ ਜਾ ਸਕਦੇ ਆ, ਤੁਸੀਂ ਸਿੱਖ ਸਕਦੇ ਆ ਕਿ ਕਿੱਦਾਂ ਅਸੀਂ ਡੀਪ ਫਰੈਂਡਸ ਬਣਾਉਣੇ ਆ। ਹੈਲੋ ਹਾਊ ਆਰ ਯੂ ਨਹੀਂ, ਪਰ ਐਕਚੁਅਲ ਫਰੈਂਡਸ ਜਿਹੜੇ ਸਪੋਰਟ ਕਰਨ, ਰਾਈਟ। ਤਾਂ ਇੱਕ ਤਾਂ ਕਾਉਂਸਲਿੰਗ 'ਤੇ ਜਾ ਸਕਦੇ, ਦੂਏ ਤੁਸੀਂ ਟੋਰ ਸਕਦੇ ਆ ਕਿ ਕਿੱਥੇ ਤੁਹਾਡਾ ਜ਼ਿਆਦਾ ਇੰਟਰਸਟ ਆ, ਸੋ ਉਹ ਇੰਟਰਸਟ ਗਰੁੱਪ ਜੁਆਇਨ ਕਰ ਲਓ। ਜੇ ਉਹ ਨਹੀਂ, ਤੁਸੀਂ ਸਪੈਸ਼ਲੀ ਆਪਣੇ ਰਿਲੀਜਨ ਵੱਲੋਂ ਸਾਰੇ ਕਹਿੰਦੇ ਹੁੰਦੇ ਵਾਲੰਟੀਅਰ ਕਰੋ, ਸੋ ਤੁਸੀਂ ਜਿੱਥੇ ਮਰਜ਼ੀ ਬੇਸ਼ੱਕ ਗੁਰਦੁਆਰਿਆਂ 'ਚ, ਮੰਦਿਰਾਂ 'ਚ, ਮਾਸਕ 'ਚ, ਔਰ ਐਨੀ ਆਰਗੇਨਾਈਜੇਸ਼ਨ 'ਚ ਵਾਲੰਟੀਅਰ ਕਰ ਸਕਦੇ ਆ। ਉੱਥੇ ਫਿਰ ਤੁਹਾਨੂੰ ਮਿਲ ਜਾਂਦੇ ਜਿਨ੍ਹਾਂ ਕੋਲ ਸੇਮ ਇੰਟਰਸਟ ਹੁੰਦੇ ਆ, ਫਿਰ ਉਹ ਈਜ਼ੀਅਰ ਆ ਉਹਨਾਂ ਨਾਲ ਫਰੈਂਡਸ ਬਣਨਾ। because ਜੇ ਨੈਗੇਟਿਵ ਫਰੈਂਡਸ ਆ, ਰਾਈਟ, ਕਿ ਸਕੂਲ 'ਚ ਬਥੇਰੇ ਬੰਦੇ ਮਿਲਦੇ ਆ, ਪਰ ਉਹ ਨੈਗੇਟਿਵ ਇਨਫਲੂਐਂਸ ਵੀ ਹੋ ਸਕਦੇ ਆ, ਗੈਂਗਸ, ਡਰੱਗਸ। ਜੇ ਤੁਹਾਡੇ ਕੋਲ ਨੈਗੇਟਿਵ ਸੋਸ਼ਲ ਰਿਲੇਸ਼ਨਸ਼ਿਪਸ ਆ, ਰਾਈਟ, ਤੁਸੀਂ ਫਿਰ ਉਸ ਪਾਸੇ ਨੂੰ ਚਲ ਜਾਂਦੇ ਆ। ਸੋ ਜਿੱਦਾਂ ਮੈਂ ਕਹਿੰਦੀ ਸਾਰਾ ਕੁਝ ਸੋ ਇੰਟਰਰਿਲੇਟਡ। ਬਿਲਕੁਲ, ਕਿਉਂਕਿ ਟੌਪਿਕ ਅਲੱਗ-ਅਲੱਗ ਹੈਗੇ, ਪਰ ਜਦੋਂ ਘੁੰਮ ਕੇ ਗੱਲ ਆਉਂਦੀ ਹੈ, ਜਦੋਂ ਗੱਲ ਕਰਦੇ ਹਾਂ, ਸਾਰੀ ਗੱਲ ਇੱਕ ਜਗ੍ਹਾ ਦੇ ਉੱਤੇ ਆ ਕੇ ਮੁੱਕ ਜਾਂਦੀ ਹੈ ਕਿ ਐਂਗਜ਼ਾਇਟੀ ਹੋ ਸਕਦੀ ਹੈ, ਸਟ੍ਰੈਸ ਹੋ ਸਕਦਾ, ਮੈਂਟਲ ਹੈਲਥ ਦੀਆਂ ਪ੍ਰੋਬਲਮਸ ਆ ਸਕਦੀਆਂ। ਹੁਣ ਇਹ ਪ੍ਰੋਬਲਮਸ ਆ ਗਈਆਂ ਨੇ, ਹੁਣ ਅਸੀਂ ਇਸ ਪ੍ਰੋਬਲਮ ਦੇ ਵਿੱਚ ਵੱਜ ਗਏ ਹਾਂ ਕਿ ਸਾਨੂੰ ਨੈਗੇਟਿਵ ਇੰਪੈਕਟ ਪੈ ਰਿਹਾ, ਪਰ ਤੁਸੀਂ ਕਿਹਾ ਕਿ ਸਵਿਚ ਹੋ ਸਕਦਾ, ਇੰਪਰੂਵ ਹੋ ਸਕਦਾ। ਇੰਪਰੂਵ ਕਰਨ ਦੇ ਲਈ ਤੁਸੀਂ ਹੋਰ ਕੀ ਕੁਝ ਕਰ ਸਕਦੇ ਹਾਂ? ਸੋਰਸਿਸ ਕਈ ਵਾਰੀ ਨਹੀਂ ਪਤਾ ਹੁੰਦੇ ਕਿ ਅਸੀਂ ਕਿੱਥੇ ਜਾ ਸਕਦੇ ਹਾਂ, ਜਾਂ ਕਈ ਵਾਰੀ ਅਸੀਂ ਮਹਿਸੂਸ ਹੀ ਨਹੀਂ ਕਰਦੇ ਕਿ ਸਾਨੂੰ ਲੋੜ ਹੈਗੀ ਹੈ ਕਿ ਅਸੀਂ ਕਮਿਊਨੀਕੇਟ ਕਰੀਏ, ਜਾਂ ਅਸੀਂ ਅੰਦਰ ਹੀ ਆਪਣੇ ਰੱਖਦੇ ਹਾਂ ਕਿ ਮੈਨੂੰ ਸਟ੍ਰੈਸ ਹੈ, ਪਰ ਅਸੀਂ ਦੂਜੇ ਤੱਕ ਨਹੀਂ ਲੈ ਕੇ ਜਾਂਦੇ। ਸੋ ਉਹ ਚੀਜ਼ਾਂ ਬਾਹਰ ਕੱਢਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਤੁਸੀਂ ਹੈਲਪ ਲੈ ਸਕਦੇ ਆ ਆਪਣੇ ਪ੍ਰਾਇਮਰੀ ਕੇਅਰ ਵਰਕਰ ਤੋਂ, ਬੇਸ਼ੱਕ ਉਹ ਫਿਜ਼ੀਸ਼ੀਅਨ ਆ ਜਾਂ ਨਰਸ ਆ,
ਜਿਹੜਾ ਵੀ ਹੈਗਾ ਆ ਉਹਨਾਂ ਨੂੰ ਪੁੱਛ ਸਕਦੇ ਆ ਕਿ ਸਪੋਰਟ ਗਰੁੱਪਸ ਕਿੱਥੇ ਆ ਜਾਂ ਹੌਬੀਜ਼ ਗਰੁੱਪਸ ਤੁਸੀਂ ਇੰਟਰਨੈਟ 'ਤੇ ਟੋਰ ਸਕਦੇ ਆ ਪਰ ਜੇ ਤੁਹਾਨੂੰ ਬਿਲਕੁਲ ਨਹੀਂ ਪਤਾ ਹੈਗਾ ਕਿ ਤੁਸੀਂ ਸਟ੍ਰੈਸਡ ਆ ਰਾਈਟ ਫਿਰ ਔਖਾ ਆ ਬਿਕਾਜ਼ ਪਹਿਲਾਂ ਤਾਂ ਹੁੰਦਾ ਕਿ ਆਈਡੈਂਟੀਫਾਈ ਕਰਨਾ ਕਿ ਹਾਂ ਸਾਡੇ ਕੋਲ ਕੋਈ ਪ੍ਰੋਬਲਮ ਆ ਬਿਕਾਜ਼ ਜੇ ਸਾਨੂੰ ਨਹੀਂ ਪਤਾ ਸਾਨੂੰ ਪ੍ਰੋਬਲਮ ਆ ਫਿਰ ਅਸੀਂ ਇਹ ਉਸ ਤੋਂ ਵੀ ਵੱਡੀ ਪ੍ਰੋਬਲਮ ਹੈ ਤੁਹਾਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਤੁਹਾਡੇ ਵਾਟਸ ਗੋਇੰਗ ਔਨ ਇਨ ਯੂਰ ਲਾਈਫ ਕੀ ਲਾਈਫ ਦੇ ਵਿੱਚ ਹੋ ਕੀ ਰਿਹਾ ਹੈਗਾ ਅਸੀਂ ਇਹ ਨੋਟਿਸ ਹੀ ਨਹੀਂ ਕਰ ਪਾ ਰਹੇ ਅਸੀਂ ਇੱਕ ਦੌੜ ਦੇ ਵਿੱਚ ਲੱਗੇ ਹੋਏ ਆ ਸਵੇਰ ਨੂੰ ਉੱਠਦੇ ਆ ਉੱਠ ਕੇ ਕੰਮ ਤੇ ਆ ਜਾਂਦੇ ਆ ਕੰਮ ਤੋਂ ਘਰ ਚੱਲ ਜਾਂਦੇ ਆ ਘਰ ਦੇ ਕੰਮਾਂ 'ਚ ਬਿਜ਼ੀ ਹੋ ਜਾਂਦੇ ਆ ਤੇ ਸੈਲਫ ਦੇ ਲਈ ਜਿਹੜਾ ਉਹ ਅਸੀਂ ਟਾਈਮ ਵੀ ਨਹੀਂ ਕੱਢਦੇ ਆਪਣੇ ਆਪ ਲਈ ਟਾਈਮ ਕੱਢਣਾ ਕਿੰਨਾ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਆ ਅੱਜ ਕੱਲ੍ਹ ਤਾਂ ਅਸੀਂ ਕਹੀਦਾ ਆ ਸਾਰਿਆਂ ਨੂੰ ਕਿ ਮੈਡੀਟੇਸ਼ਨ ਯੋਗਾ ਰਾਈਟ ਜਾਂ ਸੈਲਫ ਰਿਫਲੈਕਸ਼ਨ ਤੁਸੀਂ ਆਪਣੇ ਲਈ ਨੋਟ ਲਿਖ ਸਕਦੇ ਆ ਮੇਰੇ ਨਾਲ ਅੱਜ ਇੱਦਾਂ ਹੋਈ ਸੀ ਮੇਰੀ ਫੀਲਿੰਗਸ ਇਹ ਸੀ ਜੇ ਹੋਰ ਕਿਸੇ ਨਾਲ ਨਹੀਂ ਗੱਲ ਕਰਦੇ ਰਾਈਟ ਉਹ ਸੇਮ ਨਹੀਂ ਐਜ਼ ਟਾਕਿੰਗ ਟੂ ਅ ਫਰੈਂਡ ਪਰ ਉਹ ਵੀ ਹੈਲਪਫੁਲ ਹੈ ਕਿਤੇ ਨਾ ਕਿਤੇ ਜਿਹੜੀ ਉਹ ਤੁਹਾਡੀ ਹੈਲਪ ਕਰ ਦਿੰਦਾ ਹੈ ਪਰ ਹੁਣ ਨਾਲ ਜਦੋਂ ਅਸੀਂ ਇੰਪੈਕਟ ਦੀ ਗੱਲ ਕਰਦੇ ਆ ਮੈਂਟਲ ਹੈਲਥ ਦੀ ਗੱਲ ਕਰਦੇ ਆ ਅਸੀਂ ਮੈਂਟਲ ਹੈਲਥ ਹਰ ਗੱਲ ਦੇ ਐਂਡ ਦੇ ਉੱਤੇ ਮੈਂਟਲ ਹੈਲਥ ਤੱਕ ਆ ਜਾਂਦੇ ਆ ਸਟ੍ਰੈਸ ਦੇ ਉੱਤੇ ਆ ਜਾਂਦੇ ਆ ਕਿ ਸਟ੍ਰੈਸ ਜਿਹੜਾ ਵੱਧ ਜਾਂਦਾ ਹੈ ਮੈਂਟਲ ਹੈਲਥ ਪ੍ਰੋਬਲਮਸ ਆ ਜਾਂਦੀਆਂ ਨੇ ਹੁਣ ਕਈ ਵਾਰ ਅਸੀਂ ਖਾਸ ਕਰਕੇ ਜਦੋਂ ਸਾਊਥ ਏਸ਼ੀਅਨਸ ਦੀ ਗੱਲ ਆਉਂਦੀ ਅਸੀਂ ਮੈਂਟਲ ਹੈਲਥ ਬਾਰੇ ਜ਼ਿਆਦਾ ਧਿਆਨ ਨਹੀਂ ਦਿੰਦੇ ਅਸੀਂ ਤਾਂ ਕਈ ਵਾਰ ਮੈਂਟਲ ਜੇ ਸ਼ਬਦ ਵੀ ਆ ਜਾਏ ਨਾ ਉਹਨੂੰ ਵੀ ਕਹਿੰਦੇ ਕਿ ਸ਼ਾਇਦ ਇਹ ਪਾਗਲ ਨਾਲ ਸੰਬੰਧਿਤ ਹੈਗਾ ਆ ਇਹ ਕਿਉਰ ਹੋ ਸਕਦਾ mental health of course ਉਹਨਾਂ ਦਾ ਵੀ ਕਿਉਰ ਆ ਜਿੱਦਾਂ ਫਿਜ਼ੀਕਲ ਇਲਨੈਸਿਸ ਦਾ ਆ ਇਹ ਜ਼ਰੂਰੀ ਨਹੀਂ ਹੋ ਕਿ ਸੋਸ਼ਲ ਇਨਵਾਇਰਨਮੈਂਟ ਨਾਲ ਮੈਂਟਲ ਹੈਲਥ ਇਸ਼ੂਜ਼ ਹੋਣੇ ਆ ਫਿਜ਼ੀਕਲ ਇਸ਼ੂਜ਼ ਵੀ ਹੋ ਸਕਦੇ ਆ ਰਾਈਟ ਸੋ ਮੈਂਟਲ ਹੈਲਥ ਸੈਂਟਰ ਹੈਗੇ ਆ ਸੋ ਨਿਆਣਿਆਂ ਲਈ ਵੀ ਹੁਣ ਨਵੀਂ ਗਵਰਨਮੈਂਟ ਨੇ ਬਣਾਏ ਆ ਰਾਈਟ ਜਿਹੜੇ ਮੈਂਟਲ ਹੈਲਥ ਸੈਂਟਰ ਆ ਬਾਕੀ ਤੁਹਾਡੇ ਜਿਹੜੇ ਡਾਕਟਰਸ ਜਾਂ ਔਰ ਨਰਸ ਪ੍ਰੈਕਟੀਸ਼ਨਰਸ ਆ ਉਹ ਵੀ ਤੁਹਾਨੂੰ ਰਿਫਰ ਕਰ ਸਕਦੇ ਆ ਸਰਵਿਸਿਜ਼ ਨੂੰ ਤਾਂ ਉੱਥੇ ਤੁਸੀਂ ਸਿੱਖ ਸਕਦੇ ਆ ਕਿੱਦਾਂ ਆਪਣੀ ਸੋਚ ਚੇਂਜ ਕਰਨੀ ਆ ਜਾਂ ਤਾਂ ਐਂਡ 'ਤੇ ਤਾਂ ਫਿਰ ਮੈਡੀਕੇਸ਼ਨਸ ਵੀ ਹੈਗੇ ਆ ਜੇ ਲੋੜ ਪਵੇ ਜਿੱਦਾਂ ਅਸੀਂ ਡਾਇਬੀਟੀਜ਼ ਲਈ ਇਨਸੂਲਿਨ ਲਈ ਦੀ ਜਾਂ ਗੋਲੀਆਂ ਲਈ ਦੀਆਂ ਇੱਦਾਂ ਹੀ ਵਿੱਚ ਮੈਂਟਲ ਹੈਲਥ ਚੈਲੰਜ ਹੈਗੇ ਆ ਜਿਨ੍ਹਾਂ ਲਈ ਦਵਾ ਹੈਗੀ ਆ ਰਾਈਟ ਪਰ ਆਪਾਂ ਨੂੰ ਪਹਿਲਾਂ ਇਹ ਸੋਚਣਾ ਪੈਣਾ ਆ ਕਿ ਜੇ ਕਿਸੇ ਨੂੰ ਮੈਂਟਲ ਹੈਲਥ ਪ੍ਰੋਬਲਮ ਆ ਉਹ ਸੇਮ ਐਜ਼ ਫਿਜ਼ੀਕਲ ਪ੍ਰੋਬਲਮ ਆ ਸਾਡੀ ਬਾਡੀ ਟੋਟਲੀ ਕਨੈਕਟਡ ਆ ਜੁਦੀ ਨਹੀਂ ਹੈਗੀ ਸੋ ਅੱਗੇ ਤਾਂ ਜਿਹੜਾ ਅਸੀਂ ਹੁਣ ਸੋਸ਼ਲ ਇਨਵਾਇਰਨਮੈਂਟ ਦੀ ਗੱਲ ਕਰਦੇ ਆ 50 ਸਾਲ ਪਹਿਲਾਂ ਸੋਸ਼ਲ ਦੀ ਨਹੀਂ ਸੀ ਜ਼ਿਆਦਾ ਗੱਲ ਹੁੰਦੀ ਸੀਗੀ ਕਿ ਵਾਇਰਸ ਜਾਂ ਇਨਫੈਕਸ਼ਨ ਜਾਂ ਡਿਜ਼ੀਜ਼ ਹੋ ਗਏ ਰਾਈਟ ਹੁਣ ਇਨਵਾਇਰਨਮੈਂਟ ਦੀ ਰਿਸਰਚ ਇਨਵਾਇਰਨਮੈਂਟ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਆ ਉੱਦਾਂ ਹੀ ਮੈਂਟਲ ਹੈਲਥ ਨੂੰ ਅੱਗੇ ਸਮਝਦੇ ਹੁੰਦੇ ਸੀ ਉਹ ਇਹਨੂੰ ਕੋਈ ਸਪਿਰਿਟ ਆ ਗਿਆ ਚੀਜ਼ਾਂ ਲੱਗ ਗਈਆਂ ਰਾਈਟ ਸੋ ਇਹ ਥਿੰਕਿੰਗ ਹੁਣ ਇਵੋਲਵ ਹੋ ਰਹੀ ਆ ਕਿਉਂਕਿ ਹੁਣ ਸਾਨੂੰ ਪਤਾ ਆ ਸਾਇੰਸ ਦੇ ਥਰੂ ਕਿ ਮੈਂਟਲ ਹੈਲਥ ਜਿਹੜੀ ਆ ਉਹ ਫਿਜ਼ੀਕਲ ਹੈਲਥ ਦੇ ਬਰਾਬਰ ਹੀ ਆ ਰਾਈਟ ਉਹਦਾ ਇੰਪੈਕਟ ਵੀ ਓਨਾ ਹੀ ਹੁੰਦਾ ਆ ਤਾਂ ਦੋਨੇ ਇੰਟਰਕਨੈਕਟਡ ਆ ਜੇ ਤੁਹਾਨੂੰ ਕਹੋ ਕੈਂਸਰ ਆ ਜਿਹੜੇ ਸਾਰੇ ਸਮਝੂਗੇ ਕਿ ਫਿਜ਼ੀਕਲ ਇਲਨੈਸ ਆ ਉਹਦੇ ਨਾਲ ਡਿਪਰੈਸ਼ਨ ਵੀ ਹੋ ਜਾਣਾ ਰਾਈਟ ਬਿਕਾਜ਼ ਤੁਹਾਡੀ ਹੋਲ ਬਾਡੀ ਚੇਂਜਸ ਹੋ ਸਕਦੀਆਂ ਆ ਸੋ ਉਹਦੇ ਨਾਲ ਹੀ ਸਟ੍ਰੈਸ ਹੋ ਜਾਂਦੀ ਬਿਕਾਜ਼ ਤੁਹਾਨੂੰ ਪਤਾ ਨਹੀਂ ਜੇ ਤੁਸੀਂ ਕਿਉਰ ਹੋਣਾ ਕਿ ਨਹੀਂ ਹੋਣਾ ਇੱਦਾਂ ਹੀ ਦੋਨੇ ਇੱਕ ਦੂਏ ਨਾਲ ਇੰਟਰ ਰਿਲੇਟਡ ਆ ਪਰ ਇੱਕ ਦੂਜਾ ਵੀ ਇਹਦੀ ਸਾਈਡ ਹੋ ਸਕਦੀ ਹੈ ਕਿ ਕਈ ਲੋਕ ਇਹਨਾਂ ਚੀਜ਼ਾਂ 'ਚ ਸਫਰ ਕਰਕੇ ਇਹਦੇ 'ਚੋਂ ਬਾਹਰ ਵੀ ਨਿਕਲੇ ਹੈਗੇ ਆ ਤੇ ਬਾਅਦ ਵਿੱਚ ਉਹ ਟਰਾਈ ਕਰਦੇ ਆ ਕਿ ਅਸੀਂ ਆਪਦਾ ਸੋਸ਼ਲ ਇਨਵਾਇਰਨਮੈਂਟ ਜਿਹੜਾ ਉਹਨੂੰ ਸੁਧਾਰੀਏ ਉਹਦੇ 'ਚ ਸੁਧਾਰ ਲਿਆਉਣ ਦੀ ਵੀ ਕੋਸ਼ਿਸ਼ ਕਰੀਏ ਤੁਹਾਡੇ ਵਰਗੇ ਲੋਕ ਹੈਗੇ ਨੇ ਜਿਹੜੇ ਵਲੰਟੀਅਰ ਵਰਕ ਕਰਦੇ ਹੈਗੇ ਨੇ ਸੁਸਾਇਟੀ ਨੂੰ ਅੱਗੇ ਲੈ ਕੇ ਆਉਣ ਦੇ ਲਈ ਚਾਹੇ ਉਹ ਖੁਦ ਸਫਰ ਨਹੀਂ ਕਰਦੇ ਉਹਨਾਂ ਨੇ ਦੂਜਿਆਂ ਨੂੰ ਸਫਰ ਹੁੰਦੇ ਦੇਖਿਆ ਉਹਨਾਂ ਨੇ ਇਨੀਸ਼ੀਏਟਿਵ ਲਿਆ ਕਿ ਅਸੀਂ ਇਸ ਦੇ ਬਾਰੇ ਗੱਲ ਕਰਨੀ ਆ ਅਸੀਂ ਜੇ ਸੋਸ਼ਲ ਇਨਵਾਇਰਨਮੈਂਟ ਨੂੰ ਸੁਧਾਰ ਸਕਦੇ ਆ ਤੇ ਇਹਦੇ ਵਿੱਚ ਕਿਉਂ ਨਾ ਆਪਣਾ ਪਾਰਟਿਸਿਪੇਟ ਕਰੀਏ ਅਸੀਂ ਕਿਉਂ ਨਾ ਆਪਣਾ ਕੋਈ ਇਨਪੁਟ ਪਾਈਏ ਸੋ ਇਹ ਹੈ ਕਿ ਜੇ ਅਸੀਂ ਆਪਣਾ ਇਨਵਾਇਰਨਮੈਂਟ ਨੂੰ ਸੁਧਾਰਨਾ ਸੋਸ਼ਲ ਇਨਵਾਇਰਨਮੈਂਟ ਨੂੰ ਸੁਧਾਰਨਾ ਹੈਗਾ ਉਹਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਅੱਜ ਦੇ ਲਈ ਕੀ ਮੈਸੇਜ ਆ ਤੁਹਾਡਾ ਅੱਜ ਲਈ ਇਹ ਮੈਸੇਜ ਹੋਗਾ ਕਿ ਪਹਿਲਾਂ ਤਾਂ ਤੁਸੀਂ ਸ਼ੁਰੂ ਕਰੋ ਆਪਣੇ ਘਰ ਦੇ ਵਿੱਚ ਰਾਈਟ ਇੱਕ ਦੂਏ ਨਾਲ ਫੈਮਿਲੀ ਨਾਲ ਮੀਟਿੰਗ ਕਰਕੇ ਗੱਲਬਾਤ ਕਰੋ ਕਿ ਕਿੱਦਾਂ ਸਾਰੇ ਫੀਲ ਕਰਦੇ ਆ ਇਨਵਾਇਰਨਮੈਂਟ ਬਾਰੇ ਰਾਈਟ ਜੇ ਬੱਚੇ ਕਹਿੰਦੇ ਆ ਤੁਸੀਂ ਤਾਂ ਸਾਨੂੰ ਕਦੇ ਸੁਣਦੇ ਹੀ ਨਹੀਂ ਹੈਗੇ ਰਾਈਟ ਉਹ ਵੀ ਸਾਨੂੰ ਮੈਸੇਜ ਸੁਣਨਾ ਪਊਗਾ ਬਾਈ ਵੇਲੇ ਔਖਾ ਹੁੰਦਾ ਸੁਣਨਾ ਰਾਈਟ ਕਿਉਂਕਿ ਅਸੀਂ ਕਹਿੰਦੇ ਲਾ ਸਾਨੂੰ ਇੰਨਾ ਪਤਾ ਸਾਡੀ ਇੰਨੀ ਐਕਸਪੀਰੀਅੰਸ ਆ ਰਾਈਟ ਪਰ ਉਹਨਾਂ ਨੂੰ ਸੁਣਨਾ ਫਿਰ ਦੂਆ ਹੋਗਾ ਸਕੂਲ ਇਨਵਾਇਰਨਮੈਂਟ ਜ਼ਰੂਰ ਤੁਸੀਂ ਜਾ ਕੇ ਦੇਖਣਾ ਆ ਤਾਂ ਨਿਆਣੇ ਨੂੰ ਪੁੱਛਣਾ ਆ ਕਿ ਸਕੂਲ ਕਲਾਸਰੂਮ ਦੇ ਵਿੱਚ ਕੀ ਹੁੰਦਾ ਤੁਹਾਡੇ ਫਰੈਂਡਸ ਕਿੰਨੇ ਆ ਰਾਈਟ
ਤੁਹਾਡੇ ਟੀਚਰ ਕਿੱਦਾਂ ਤੁਹਾਡੇ ਨਾਲ ਬਿਹੇਵ ਕਰਦੇ ਆ, ਬਾਕੀ ਪ੍ਰਿੰਸੀਪਲ ਦਾ ਕੀ ਰੋਲ ਆ, ਰਾਈਟ, ਉਹ ਸਾਰਾ ਕੁਛ। ਤਾਂ ਜੇ ਓਲਡਰ ਚਾਈਲਡ ਆ ਉਹਦੇ ਕੰਮ ਦਾ ਜਾਂ ਯੂਨੀਵਰਸਿਟੀ ਦਾ ਸੇਮ ਕੁਐਸਚਨਸ ਪੁੱਛੋ, ਕਿੱਦਾਂ ਦੇ ਉਹਨਾਂ ਦੇ ਰਿਲੇਸ਼ਨਸ਼ਿਪਸ ਆ। ਜੇ ਉੱਥੇ ਲੱਗਦਾ ਆ ਨਹੀਂ ਠੀਕ ਰਿਲੇਸ਼ਨਸ਼ਿਪਸ, ਫਿਰ ਆਪਣਾ ਹਰੇਕ ਦਾ ਰੋਲ ਬਣਦਾ ਆ ਉਹਨਾਂ ਨੂੰ ਹੈਲਪ ਕਰਨ ਦੀ, ਕਿ ਕਿੱਦਾਂ ਉਹ ਬਦਲ ਸਕਦੇ ਆ, ਕਿੱਦਾਂ ਆਪਾਂ ਆਪਣੇ ਘਰ ਵਿੱਚ ਬਦਲ ਸਕਦੇ ਆ। ਸੋ ਇਹੀ ਮੇਰਾ ਮੈਸੇਜ ਹੋਊਗਾ ਕਿ ਇੱਕ ਦੂਜੇ ਨਾਲ ਜ਼ਰੂਰ ਗੱਲਬਾਤ ਕਰੋ। ਜੇ ਫਰੈਂਡਸ ਥੋੜ੍ਹੇ ਆ ਜ਼ਿਆਦਾ ਬਣਾਓ, ਇੰਟਰਸਟ ਗਰੁੱਪਸ ਬਣਾਓ, ਜਾਂ ਤੁਸੀਂ ਰਿਲੀਜੀਅਸ ਪਲੇਸਿਸ ਨੂੰ ਜਾਓ, ਕਮਿਊਨਿਟੀ ਸੈਂਟਰਸ ਨੂੰ ਜਾਓ, ਜਿੱਥੇ ਵੀ ਤੁਸੀਂ ਜਾ ਸਕਦੇ ਆ, ਪਲੀਜ਼ ਇੱਕ ਦੂਜੇ ਨਾਲ ਗੱਲ ਜ਼ਰੂਰ ਕਰੋ। ਥੈਂਕ ਯੂ ਸੋ ਮਚ ਡਾਕਟਰ ਗੁਰਮ ਕਿ ਅੱਜ ਤੁਸੀਂ ਸੋਸ਼ਲ এনवायरमेंट ਬਾਰੇ ਗੱਲ ਕੀਤੀ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਟੌਪਿਕ ਤੇ ਗੱਲ ਕਰਾਂਗੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ। ਸੋ ਡਾਕਟਰ ਗੁਰਮ ਨੇ ਅੱਜ ਗੱਲ ਕੀਤੀ ਸੋਸ਼ਲ এনवायरमेंट ਦੇ ਬਾਰੇ। ਪਰ ਜਦੋਂ ਅਸੀਂ ਸਾਰੇ ਚੀਜ਼ਾਂ ਦੀ ਗੱਲ ਕਰਦੇ ਹਾਂ, ਜਿਵੇਂ ਡਾਕਟਰ ਗੁਰਮ ਨੇ ਕਿਹਾ, ਇਹ ਇੰਟਰਕਨੈਕਟਡ ਹੈਗੀਆਂ ਨੇ। ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਤੇ ਫਿਰ ਫੈਮਿਲੀ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਤੇ ਫਿਰ ਹੀ ਅਸੀਂ ਜਿਹੜੇ ਸੋਸਾਇਟੀ ਨੂੰ ਵਧੀਆ ਬਣਾ ਸਕਦੇ ਹਾਂ, ਸਾਡੀ ਸੋਸ਼ਲ এনवायरमेंट ਨੂੰ ਵਧੀਆ ਬਣਾ ਸਕਦੇ ਹਾਂ, ਫਿਜ਼ੀਕਲ এনवायरमेंट ਨੂੰ ਵਧੀਆ ਬਣਾ ਸਕਦੇ ਹਾਂ। ਸੋ ਇਹ ਡਿਪੈਂਡ ਕਰਦਾ ਸਾਡੇ ਉੱਤੇ ਕਿ ਅਸੀਂ ਕਦੋਂ ਸ਼ੁਰੂਆਤ ਕਰਨੀ ਹੈ। ਅਸੀਂ ਖੁਦ ਦੇ ਨਾਲ ਗੱਲ ਕਰਕੇ ਦੇਖ ਸਕਦੇ ਹਾਂ ਕਿ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਹੈ। ਸਾਡੀ ਲਾਈਫ ਅਸੀਂ ਕਿਸ ਤਰ੍ਹਾਂ ਈਜ਼ੀ ਬਣਾ ਸਕਦੇ ਹਾਂ ਤੇ ਵਧੀਆ ਬਣਾ ਸਕਦੇ ਹਾਂ, ਨਾ ਹੀ ਸਿਰਫ ਸਰੀਰਕ ਤੌਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ ਵੀ। ਸੋ ਸਾਨੂੰ ਆਪਣੇ ਆਪ ਤੇ ਧਿਆਨ ਜਿਹੜਾ ਦੇਣਾ ਚਾਹੀਦਾ, ਆਪਣੇ ਬੱਚਿਆਂ ਤੇ ਧਿਆਨ ਦੇਣਾ ਚਾਹੀਦਾ। ਸੋਸ਼ਲ ਡਿਟਰਮੀਨੈਂਟਸ ਆਫ ਹੈਲਥ ਪ੍ਰੋਗਰਾਮ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।